ਜਿਹੜਾ ਸਰਕਾਰ ਨੇ ਪਿਛਲੇ ਦਿਨਾਂ 'ਚ ਫੈਸਲੇ ਲਏ ਕਾਲੀ ਚ ਫਿਰ ਦੋ ਵੱਡੇ ਆਈਐਸ ਅਫਸਰ ਵੀ ਸਸਪੈਂਡ ਕੀਤੇ ਅਹੁਦੇ ਤੋਂ। ਉਹ ਫੈਸਲਾ ਬਹੁਤ ਗਲਤ ਸੀ। ਸੋ ਗਲਤ ਫੈਸਲੇ ਨੂੰ ਸਰਕਾਰ ਨੂੰ ਵਾਪਸ ਲੈਣ ਵਾਸਤੇ ਮਜਬੂਰ ਹੋਣਾ ਪਿਆ। ਪਿੰਡਾਂ ਦੇ ਵਿੱਚ ਖਾਸ ਕਰਕੇ ਇਹ ਚੁਣੀਆਂ ਗਈਆਂ ਬੀਬੀਆਂ ਨੇ ਸਰਪੰਚ ਸੀ ਕਿ ਸਾਡੇ ਕੋਲੋਂ ਤਾਂ ਪਹਿਲਾਂ ਹੀ ਰਾਖਵੇਂ ਹੱਕ ਮਿਲਦੇ ਆ, ਉਹ ਵੀ ਜਦੋਂ ਖੋਹ ਲੈ ਜਾਣ ਫਿਰ ਉਹ ਕੀ ਸੋਚਦੀਆਂ ਬੀਬੀਆਂ? ਇਹ ਸਮਝਦੀਆਂ ਕਿ ਸਿਰਫ ਸਾਨੂੰ ਸੰਵਿਧਾਨ ਨੇ ਤਾਕਤ ਦੇਤੀ, ਬਹੁਤ ਧੰਨਵਾਦ ਹੈ, ਪਰ ਉਸ ਤਾਕਤ ਨੂੰ ਇਸਤੇਮਾਲ ਕਰਨਾ ਵੀ ਸਾਡੀ ਹੀ ਜ਼ਿੰਮੇਵਾਰੀ ਹੈ। ਜੇ ਆਪਾਂ ਕਹੀਏ ਕਿ ਸੌਖੇ ਤਰੀਕੇ ਨਾਲ ਕੋਈ ਬੰਦਾ ਤੁਹਾਨੂੰ ਤਾਕਤ ਦੇ ਦੂ, ਤਾਕਤ ਸਾਨੂੰ ਖੋਣੀ ਪੈਣੀ ਹੈ। ਤੁਹਾਡੀ ਪਾਰਟੀ ਦੇ ਅੰਦਰੂਨੀ ਅਧਿਕਾਰਾਂ ਵਿੱਚ ਵੀ ਤੁਸੀਂ ਕਾਫੀ ਜੱਦੋਜਹਿਦ ਕਰਦੇ ਦਿਖਾਈ ਦੇ ਰਹੇ ਹੋ, ਉਹਦੇ ਬਾਰੇ ਹੁਣ ਕੀ ਹੈ ਗੱਲਬਾਤ, ਕਿੱਥੋਂ ਤੱਕ? ਇੱਕ ਕਿਸਮ ਦੇ ਨਾਲ ਅਸੀਂ ਆਪਣੇ ਆਪ ਨੂੰ ਅਪਮਾਨਿਤ ਵੀ ਮਹਿਸੂਸ ਕੀਤਾ। ਸਾਡੇ ਹੀ ਵਿੰਗ ਦਾ ਫੈਸਲਾ ਹੋਣਾ ਹੋਵੇ ਤੇ ਉਸ ਵਿੰਗ ਦੇ ਨਾਲ ਸੰਬੰਧਿਤ ਜੋ ਬੀਬੀਆਂ ਨੇ ਉਹਨਾਂ ਨੂੰ ਪੁੱਛਿਆ ਤੱਕ ਨਾ ਜਾਵੇ। ਤੁਹਾਨੂੰ ਇਹ ਸਾਰੀਆਂ ਗੱਲਾਂ ਸਮਝ ਆ ਰਹੀਆਂ, ਤੁਹਾਡੀ ਸਮਝ ਕੰਮ ਕਰ ਰਹੀ ਹੈ, ਫਿਰ ਤੁਹਾਡੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਮਝ ਕਿਉਂ ਨਹੀਂ ਆਉਂਦੀ? ਦੇਖੋ ਇਹ ਜਵਾਬ ਤਾਂ ਉਹੀ ਦੇ ਦੇਣਗੇ। ਇਹ ਉਹਨਾਂ ਦੀ ਕੀ ਮਜਬੂਰੀ ਸੀ, ਹੋ ਸਕਦਾ ਕੋਈ ਵੱਡੀ ਮਜਬੂਰੀ ਹੋਵੇ, ਇਹ ਤਾਂ ਉਹੀ ਦੱਸ ਸਕਦੇ ਨੇ। ਕਹਿੰਦੇ ਬੀਬੀਆਂ ਨੇ ਘੱਟੋ ਘੱਟ ਜੁਰਤ ਦਿਖਾਈ ਹੈ, ਉਹਨਾਂ ਨੇ ਆਪਣੇ ਅਧਿਕਾਰਾਂ ਲਈ ਲੜਨ ਦੀ ਗੱਲ ਤਾਂ ਰੱਖੀ ਹੈ। ਬਹੁਤ ਸਾਰੇ ਅਜਿਹੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਜਿਹੜੇ ਪ੍ਰਧਾਨ ਸਾਹਿਬ ਦੇ ਆਲੇ ਦੁਆਲੇ ਰਹਿੰਦੇ ਨੇ, ਸਲਾਹਾਂ ਦਿੰਦੇ ਨੇ, ਉਹ ਵੀ ਕਦੇ ਇਸ ਤਰ੍ਹਾਂ ਦੀ ਜੁਰਤ ਨਹੀਂ ਦਿਖਾ ਸਕਦੇ। ਪਤਾ ਨਹੀਂ ਕੀ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ। ਇਹ ਸਾਨੂੰ ਲੱਗਿਆ ਵੀ ਸਾਡੇ ਅਧਿਕਾਰਾਂ 'ਤੇ ਡਾਕਾ ਮਾਰਿਆ ਗਿਆ, ਅਸੀਂ ਖੜ੍ਹੇ ਹਾਂ, ਅਤੇ ਬਾਕੀ ਲੀਡਰਸ਼ਿਪ ਉਹਨਾਂ ਦੀ ਜੁਰਤ ਜਾਂ ਉਹਨਾਂ ਦਾ ਦਿਮਾਗ ਜਾਂ ਉਹਨਾਂ ਦੀ ਜ਼ਮੀਰ ਉਹ ਕੀ ਕਹਿੰਦੇ ਨੇ, ਉਹਦਾ ਜਵਾਬ ਤਾਂ ਉਹੀ ਦੇ ਸਕਦੇ ਨੇ। ਹਾਂ, ਸਾਡੀ ਜ਼ਮੀਰ ਨੇ ਜੋ ਗੱਲ ਕੀਤੀ ਹੈ, ਸਾਨੂੰ ਜੋ ਅੰਦਰੋਂ ਸਾਡੇ ਕੋਈ ਗੱਲ ਉਹ ਹੋਈ, ਅਸੀਂ ਉਹਦੇ ਮੁਤਾਬਕ ਆਪਣੀ ਗੱਲ ਰੱਖੀ। ਪੰਜਾਬ ਦੇ ਵਿੱਚ ਪੰਚਾਇਤਾਂ ਵਾਲਾ ਮਸਲਾ ਬੜਾ ਭਾਰੂ ਹੋਇਆ ਪਿਆ। ਸਰਕਾਰ ਦੇ ਯੂ ਟਰਨ ਦੇ ਉੱਤੇ ਸਿਆਸੀ ਵਿਰੋਧੀ ਆ ਜਿਹੜੇ ਉਹ ਚੁਟਕੀਆਂ ਲੈ ਰਹੇ ਆ। ਸਵਾਲ ਵੱਡੇ ਖੜੇ ਹੋ ਰਹੇ ਨੇ, ਹੁਣ ਵੀ ਕਿਉਂ ਨਾ, ਕਿਉਂਕਿ ਫੈਸਲੇ ਇਸ ਤਰ੍ਹਾਂ ਦੇ ਕਾਲੀ ਚਲਾਏ ਗਏ ਫਿਰ ਬਦਲੇ ਗਏ। ਇਸ ਵਕਤ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ SGPC ਮੈਂਬਰ ਵੀ ਨੇ ਪਰਮਜੀਤ ਕੌਰ ਲਾਂਡਰਾ। ਉਹ ਇਸ ਮਸਲੇ ਦੇ ਉੱਤੇ ਕੀ ਆਪਣੀ ਸੋਚ ਰੱਖਦੇ ਨੇ, ਵਿਚਾਰ ਰੱਖਦੇ ਨੇ, ਅਸੀਂ ਗੱਲਬਾਤ ਕਰਾਂਗੇ। ਬੀਬੀ ਜੀ, ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਜਿਹੜਾ ਸਰਕਾਰ ਨੇ ਪਿਛਲੇ ਦਿਨਾਂ 'ਚ ਫੈਸਲੇ ਲਏ ਕਾਲੀ ਚ ਫਿਰ ਦੋ ਵੱਡੇ IAS ਅਫਸਰ ਵੀ ਸਸਪੈਂਡ ਕੀਤੇ ਅਹੁਦੇ ਤੋਂ, ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਤੁਹਾਡਾ ਕੀ ਸੋਚ ਵਿਚਾਰ ਹੈ, ਤੁਹਾਡੀ ਕੀ ਪ੍ਰਤੀਕਿਰਿਆ? ਦੇਖੋ, ਫੈਸਲਾ ਬਹੁਤ ਗਲਤ ਸੀ। ਸੋ ਗਲਤ ਫੈਸਲੇ ਨੂੰ ਸਰਕਾਰ ਨੂੰ ਵਾਪਸ ਲੈਣ ਵਾਸਤੇ ਮਜਬੂਰ ਹੋਣਾ ਪਿਆ, ਅਤੇ ਮਜਬੂਰ ਵੀ ਮੇਰੇ ਖਿਆਲ 'ਚ ਮੈਂ ਸਮਝਦੀ ਹਾਂ ਜੇਕਰ ਔਨੇਬਲ ਹਾਈ ਕੋਰਟ ਇਸ ਗੱਲ ਦੇ ਵਿੱਚ ਨਾ ਪੈਂਦੀ ਤਾਂ ਸ਼ਾਇਦ ਇਹ ਫੈਸਲਾ ਹਾਲੇ ਲਾਗੂ ਹੀ ਰਹਿਣਾ ਸੀ। ਅਤੇ ਇਹ ਫੈਸਲਾ ਵਾਪਸ ਹੋਇਆ ਪੰਜਾਬ ਦੇ ਲੋਕਾਂ ਦੀ। ਮੈਂ ਸਮਝਦੀ ਹਾਂ ਕਿ ਜਿਨ੍ਹਾਂ ਲੋਕਾਂ ਨੇ ਇਹ ਲੜਾਈ ਲੜੀ ਆ ਉਹਨਾਂ ਦੀ ਬਹੁਤ ਵੱਡੀ ਜਿੱਤ ਹੈ। ਅਤੇ ਆਮ ਬੰਦੇ, ਕਿਉਂਕਿ ਹਰ ਇੱਕ ਬੰਦਾ ਲੜਾਈ ਨਹੀਂ ਲੜ ਸਕਦਾ, ਹਰ ਇੱਕ ਬੰਦਾ ਲੀਡਰ ਨਹੀਂ ਬਣ ਸਕਦਾ। ਜਿਨ੍ਹਾਂ ਲੋਕਾਂ ਨੇ ਇਹ ਲੜਾਈ ਲੜੀ ਹੈ ਕੋਰਟ ਦੇ ਵਿੱਚ ਜਾ ਕੇ ਕਾਨੂੰਨ ਦੇ ਰਾਹੀਂ, ਉਹਨਾਂ ਲੋਕਾਂ ਨੂੰ ਵੀ ਬਹੁਤ ਵਧਾਈ ਹੈ। ਅਤੇ ਖਾਸ ਕਰਕੇ ਜਿਵੇਂ ਅੱਜ ਦਾ ਇੱਕ ਸੈਮੀਨਾਰ ਹੋਇਆ, ਪੰਜਾਬ ਬਚਾਓ ਪਿੰਡ ਬਚਾਓ ਮੁਹਿੰਮ ਜਿਹੜੀ ਇੱਕ ਚੱਲੀ ਹੋਈ ਹੈ, ਉਹ ਮੁਹਿੰਮ ਦਾ ਵੀ ਮੈਂ ਸਮਝਦੀ ਹਾਂ ਕਿ ਬਹੁਤ ਵੱਡਾ ਅਸਰ ਹੈ ਕਿ ਲੋਕ ਕਿਤੇ ਨਾ ਕਿਤੇ, ਬਹੁਤ ਜ਼ਿਆਦਾ ਪੱਧਰ 'ਤੇ ਨਹੀਂ ਪਰ ਕਿਤੇ ਨਾ ਕਿਤੇ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋਏ ਨੇ। ਪਿੰਡਾਂ ਦੀਆਂ ਪੰਚਾਇਤਾਂ ਕਿਸ ਰੂਪ ਦੇ ਵਿੱਚ ਕੰਮ ਕਰਨ, ਕਿਹੜੇ ਉਹਨਾਂ ਦੇ ਅਧਿਕਾਰ ਵੀ ਨੇ ਅਤੇ ਹੱਕ ਵੀ ਨੇ, ਉਹ ਮੇਰੇ ਖਿਆਲ 'ਚ ਇਹ ਇੱਕ ਉਹਨਾਂ ਦੀ ਜਿੱਤ ਹੈ। ਤੁਹਾਡਾ ਪਾਰਟੀ ਤੌਰ 'ਤੇ ਜਾਂ ਇੱਕ ਆਗੂ, ਸਿਆਸੀ ਆਗੂ ਦੇ ਤੌਰ 'ਤੇ ਵਾਹ ਪੂਰੇ ਪੰਜਾਬ ਦੇ ਜ਼ਿਲ੍ਹਿਆਂ 'ਚ ਕੋਨੇ ਤੇ ਪੈਂਦਾ। ਪਿੰਡਾਂ ਦੇ ਵਿੱਚ ਖਾਸ ਕਰਕੇ ਇਹ ਚੁਣੀਆਂ ਗਈਆਂ ਬੀਬੀਆਂ ਨੇ ਸਰਪੰਚ ਸੀ, ਉਹਨਾਂ ਦੇ ਨਾਲ ਤੁਹਾਡੀ ਕਿਸੇ ਨਾਲ ਗੱਲਬਾਤ ਹੋਈ ਹੋਵੇ, ਉਹਨਾਂ ਦੇ ਵਿੱਚ ਵਿਚਾਰ ਵਟਾਂਦਰੇ ਕਿਸ ਤਰ੍ਹਾਂ ਦੇ ਨੇ ਕਿ ਸਾਡੇ ਕੋਲੋਂ ਤਾਂ ਪਹਿਲਾਂ ਹੀ ਰਾਖਵੇਂ ਹੱਕ ਮਿਲਦੇ ਆ, ਉਹ ਵੀ ਜਦੋਂ ਖੋਹ ਲੈ ਜਾਣ ਫਿਰ ਉਹ ਕੀ ਸੋਚਦੀਆਂ ਬੀਬੀਆਂ? ਦੇਖੋ, ਮੈਂ ਸਮਝਦੀ ਹਾਂ ਕਿ ਇਹ ਜਿਹੜਾ ਇੱਕ ਝਟਕਾ ਹੀ ਸਰਕਾਰ ਵੱਲੋਂ ਮਿਲਿਆ, ਇਹਨੂੰ ਜਾਗਰੂਕਤਾ ਵਾਲੀ ਸਾਈਡ ਤੋਂ ਸਾਨੂੰ ਲੈਣਾ ਚਾਹੀਦਾ, ਖਾਸ ਕਰਕੇ ਬੀਬੀਆਂ ਨੂੰ ਵੀ, ਕਿਉਂਕਿ 50% ਸਾਨੂੰ ਅਧਿਕਾਰ ਮਿਲੇ ਹੋਏ ਨੇ। ਹੁਣ ਕੱਲ੍ਹ ਤੋਂ ਅਸੀਂ ਦੇਖ ਰਹੇ ਹਾਂ ਕਿ ਉਹ ਪਤਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਰੂਪ ਦੇ ਵਿੱਚ ਉਹ ਚੀਜ਼ ਆਣੀ ਹੈ ਕਿ 33% ਔਰਤਾਂ ਜਿਹੜੀਆਂ ਪਾਰਲੀਮੈਂਟ ਹੈ, ਅਸੈਂਬਲੀ ਦੇ ਵਿੱਚ, ਕਿ ਇਹ ਆਸ ਕੀਤੀ ਜਾ ਰਹੀ ਹੈ ਕਿ ਸ਼ਾਇਦ ਇਸ ਤਰ੍ਹਾਂ ਦਾ ਕੋਈ ਜਿਹੜਾ ਹੈਗਾ ਬਿੱਲ ਹੈ ਜਿਹੜਾ ਉਹ ਆ ਰਿਹਾ ਹੈ, ਜਿਹੜੇ ਹੁਣ ਕਮਿੰਗ ਜਿਹੜੇ ਆ ਇਹ ਪਾਰਲੀਮੈਂਟ ਦੇ ਸੈਸ਼ਨ ਚੱਲਣੇ ਨੇ। 33% ਔਰਤਾਂ ਅਤੇ 50% ਪੰਚਾਇਤਾਂ ਅਤੇ ਸ਼ਹਿਰੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਹੈਗੀਆਂ ਨੇ। ਪਰ ਮੈਂ ਇਹ ਸਮਝਦੀ ਹਾਂ ਕਿ ਸਿਰਫ ਸਾਨੂੰ ਸੰਵਿਧਾਨ ਨੇ ਤਾਕਤ ਦੇਤੀ, ਬਹੁਤ ਧੰਨਵਾਦ ਹੈ, ਪਰ ਉਸ ਤਾਕਤ ਨੂੰ ਇਸਤੇਮਾਲ ਕਰਨਾ ਵੀ ਸਾਡੀ ਹੀ ਜ਼ਿੰਮੇਵਾਰੀ ਹੈ। ਜੇਕਰ ਅਸੀਂ ਕਹੀਏ ਨਾ ਕਿ ਸਾਨੂੰ ਕੋਈ ਬੈਠੇ ਬਿਠਾਇਆਂ ਨੂੰ ਤਾਕਤ ਦਊਗਾ, ਸਾਨੂੰ ਠੀਕ ਹੈ, ਉਹ ਮਜਬੂਰੀ ਹੈ ਲੋਕਾਂ ਦੀ। ਜਿਹੜੇ ਸਾਡੇ ਆਗੂ ਬਣੇ ਫਿਰਦੇ ਨੇ, ਚਾਹੇ ਪਿੰਡ ਪੱਧਰ ਦੇ ਹੀ ਆਗੂ ਹੋਣ, ਉਹਨਾਂ ਦੀ ਮਜਬੂਰੀ ਹੈ, ਕਿਉਂਕਿ ਕਾਨੂੰਨ ਹੈ ਕਿ ਇਹ ਰਿਜ਼ਰਵੇਸ਼ਨ ਦੇ ਰਾਹੀਂ ਇਹ ਸੀਟ ਮਿਲੀ ਹੈ ਅਤੇ ਉਹ ਮਿਲ ਗਈ। ਪਰ ਉਸ ਰਿਜ਼ਰਵੇਸ਼ਨ ਨੂੰ ਸਾਰਥਕ ਰੂਪ ਦੇ ਵਿੱਚ ਕਿਵੇਂ ਇਸਤੇਮਾਲ ਕਰਨਾ ਹੈ, ਉਹ ਔਰਤਾਂ ਨੂੰ ਜਾਗਰੂਕ ਹੋਣਾ ਪੈਣਾ ਹੈ। ਇਹ ਚਾਹੇ ਔਰਤਾਂ ਦੀ ਗੱਲ ਕਰ ਲਈਏ, ਚਾਹੇ ਦਲਿਤ ਵਰਗ ਦੇ ਨਾਲ ਸੰਬੰਧਿਤ ਪੰਚ ਸਰਪੰਚ ਹੈ ਉਹਨਾਂ ਦੀ ਵੀ ਗੱਲ ਕਰ ਲਈਏ,
ਕਿ ਕੋਈ ਬੰਦਾ ਤੁਹਾਨੂੰ ਤਾਕਤ ਨਹੀਂ ਦਊਗਾ। ਜਿਹੜੇ ਬੰਦੇ ਇੱਕ ਵਾਰ ਤਾਕਤ ਦੇ ਵਿੱਚ ਰਹਿ ਲਏ, ਜੇ ਆਪਾਂ ਕਹੀਏ ਕਿ ਸੌਖੇ ਤਰੀਕੇ ਨਾਲ ਕੋਈ ਬੰਦਾ ਤੁਹਾਨੂੰ ਤਾਕਤ ਦੇ ਦਊ, ਤਾਕਤ ਸਾਨੂੰ ਖੋਣੀ ਪੈਣੀ ਹੈ। ਜਿਹੜੇ ਸਾਡੇ ਅਧਿਕਾਰ ਨੇ ਸਾਨੂੰ ਖੁਦ ਆਪਣੇ ਲੈਵਲ ਤੇ ਇਸਤੇਮਾਲ ਕਰਨੇ ਪੈਣੇ ਨੇ। ਔਰ ਔਰਤਾਂ ਦੀ ਸਥਿਤੀ ਹਲੇ ਵੀ ਉਨੀ ਜ਼ਿਆਦਾ ਬਿਹਤਰ ਨਹੀਂ ਹੈ, ਇਹ ਸਾਨੂੰ ਮੰਨ ਕੇ ਗੱਲ ਕਰੀਏ ਤਾਂ ਇੱਕ ਤੁਹਾਡੀ ਲੜਾਈ ਤਾਂ ਬਾਹਰਲੇ ਨਾਲ ਹੈ ਜਾਂ ਸੱਤਾ ਧਿਰ ਨਾਲ ਹੈ, ਦੂਜੀ ਤੁਹਾਡੀ ਪਾਰਟੀ ਦੇ ਅੰਦਰੂਨੀ ਅਧਿਕਾਰਾਂ ਵਿੱਚ ਵੀ ਤੁਸੀਂ ਕਾਫੀ ਜੱਦੋਜਹਿਦ ਕਰਦੇ ਦਿਖਾਈ ਦੇ ਰਹੇ ਹੋ। ਉਹਦੇ ਬਾਰੇ ਹੁਣ ਕੀ ਹੈ ਗੱਲਬਾਤ, ਕਿੱਥੋਂ ਤੱਕ ਪੁੱਜੀ? ਨਹੀਂ, ਅਸੀਂ ਆਪਣੀ ਗੱਲ ਰੱਖੀ ਆ। ਸਾਨੂੰ ਲੱਗਿਆ, ਸਾਨੂੰ ਮਹਿਸੂਸ ਹੋਇਆ ਕਿ ਇੱਕ ਕਿਸਮ ਦੇ ਨਾਲ ਅਸੀਂ ਆਪਣੇ ਆਪ ਨੂੰ ਅਪਮਾਨਿਤ ਵੀ ਮਹਿਸੂਸ ਕੀਤਾ। ਜੋ ਪਾਰਟੀ ਦੇ ਅੰਦਰ ਸਾਡੇ ਨਾਲ ਧੱਕਾ ਕਹਿ ਸਕਦੇ ਆ ਕਿ ਸਾਡੇ ਹੀ ਵਿੰਗ ਦਾ ਫੈਸਲਾ ਹੋਣਾ ਹੋਵੇ ਤੇ ਉਸ ਵਿੰਗ ਦੇ ਨਾਲ ਸੰਬੰਧਿਤ ਜੋ ਬੀਬੀਆਂ ਨੇ ਉਹਨਾਂ ਨੂੰ ਪੁੱਛਿਆ ਤੱਕ ਨਾ ਜਾਵੇ। ਸੋ ਉਹ ਲੜਾਈ ਹੈ ਜਿਹੜੀ ਅਸੀਂ ਆਪਣੇ ਪਲੇਟਫਾਰਮ ਤੇ ਰੱਖੀ ਹੈ, ਆਪਣੇ ਸੀਨੀਅਰ ਲੀਡਰਸ਼ਿਪ ਦੇ ਨਾਲ ਅਸੀਂ ਗੱਲ ਕਰਕੇ ਉਹਨਾਂ ਦੇ ਕੋਲੇ ਉਹ ਰੱਖੀ ਆ। ਹੁਣ ਉਹ ਕੀ ਫੈਸਲਾ ਕਰਦੇ ਨੇ ਉਹਨਾਂ ਦਾ ਫੈਸਲਾ ਹੈ, ਪਰ ਸਾਡਾ ਜਿਹੜਾ ਅਸੀਂ ਇੱਕ ਸੋਚ ਲੈ ਕੇ ਚੱਲੇ ਸੀ ਕਿ ਇਹ ਇੱਕ, ਕਿਉਂਕਿ ਇਹਨੂੰ ਵੀ ਆਪਾਂ ਲੋਕਤੰਤਰ ਦੇ ਨਾਲ ਜੋੜ ਸਕਦੇ ਹਾਂ। 50% ਔਰਤਾਂ ਨੇ, ਅੱਧੀ ਆਬਾਦੀ ਹੈ ਜਿਨ੍ਹਾਂ ਨੇ, ਔਰ ਆਪਾਂ ਜੇਕਰ ਪਿਛਲੇ ਸਮਿਆਂ ਦੇ ਦੌਰਾਨ ਆਪਾਂ ਇਹ ਦੇਖ ਲਈਏ ਵੋਟਿੰਗ ਰੇਟ ਹੈ ਜਿਹੜਾ, ਉਹਦੇ 'ਚ ਔਰਤਾਂ ਜ਼ਿਆਦਾ ਵੋਟਾਂ ਪਾਉਣ ਨਿਕਲਦੀਆਂ ਨੇ। ਆਪਾਂ ਦੇਖ ਲਈਏ ਜੇਕਰ 48% ਬੰਦੇ ਵੋਟ ਪਾਉਂਦੇ ਨੇ, 49-50% ਦੇ ਕਰੀਬ ਔਰਤਾਂ ਵੋਟ ਪਾਉਣ ਨਿਕਲਦੀਆਂ ਨੇ, ਕਿਉਂਕਿ ਉਹ ਕਿਤੇ ਨਾ ਕਿਤੇ ਇਸ ਗੱਲ ਦੇ ਪ੍ਰਤੀ ਜਾਗਰੂਕ ਨੇ ਕਿ ਸਾਨੂੰ ਆਪਣੇ ਵੋਟਿੰਗ ਰਾਈਟ ਦਾ ਇਸਤੇਮਾਲ ਸਹੀ ਕਰਨਾ ਚਾਹੀਦਾ ਹੈ। ਪਾਰਟੀ ਨੇ ਜਿਹੜਾ ਇਸਤਰੀ ਵਿੰਗ ਦੇ ਲਈ ਫੈਸਲਾ ਲਿਆ ਜਾਂ ਆਂਗਣਵਾੜੀ ਇੱਕ ਆਗੂ ਨੂੰ ਬਿਠਾਇਆ ਗਿਆ ਜਾਂ ਇੱਕ ਅਹੁਦਾ ਦਿੱਤਾ ਗਿਆ, ਮੇਨ ਅਹੁਦਾ ਦੇ ਦਿੱਤਾ ਗਿਆ, ਮੁੱਖ ਅਹੁਦਾ, ਉਹਦੇ ਤੇ ਤੁਹਾਨੂੰ ਜਦੋਂ ਇਤਰਾਜ਼ ਤੁਸੀਂ ਜਤਾਉਂਦੇ ਹੋ, ਉਹਦੇ ਵਿੱਚ ਦਲੀਲ ਪਿੱਛੇ ਕੀ ਹੈ? ਕਿ ਤੁਹਾਨੂੰ ਬਾਹਰਲਾ ਬੰਦਾ ਆ ਪਸੰਦ ਨਹੀਂ ਜਾਂ ਉਹਨਾਂ ਦੀ ਕਾਰਗੁਜ਼ਾਰੀ ਤੇ ਸ਼ੱਕ ਹੈ? ਨਹੀਂ, ਸਾਡਾ ਦੇਖੋ ਹਰ ਇੱਕ ਪਾਰਟੀ ਦੀ ਆਪਣੀ ਇੱਕ ਵਿਚਾਰਧਾਰਾ ਹੁੰਦੀ ਹੈ। ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਤਾਂ ਇੱਕ ਸਦੀ ਪੁਰਾਣੀ ਪਾਰਟੀ ਹੈ, ਇਹਦੀ ਆਪਣੀ ਇੱਕ ਵਿਚਾਰਧਾਰਾ, ਇੱਕ ਆਪਣੀਆਂ ਕੁਰਬਾਨੀਆਂ ਵਾਲਾ ਇਤਿਹਾਸ ਹੈ। ਸਾਡਾ ਮਸਲਾ ਇਹ ਨਹੀਂ ਕਿ ਕੋਈ ਬੰਦਿਆਂ ਨੂੰ ਆਪਾਂ, ਹਰ ਇੱਕ ਪਾਰਟੀ ਦੇ ਵਿੱਚ ਨਵੇਂ ਬੰਦੇ ਆਉਂਦੇ ਨੇ, ਬਾਹਰ ਜਾਂਦੇ ਨੇ, ਨਵੇਂ ਬੰਦੇ ਆਉਣ, ਕਿਉਂਕਿ ਨਵੇਂ ਬੰਦੇ ਆਉਣਗੇ ਪਰਿਵਾਰ ਵੱਧਦਾ ਚੰਗਾ ਲੱਗਦਾ ਹੈ, ਪਰ ਉਸ ਬੰਦੇ ਦੀ ਅਸੀਂ ਵਿਚਾਰਧਾਰਾ ਅਸੀਂ ਕਿੰਨੀ ਕੁ ਪਰਖੀ ਹੈ, ਕਿਉਂਕਿ ਤੁਸੀਂ ਇੱਕ ਜ਼ਿੰਮੇਵਾਰੀ ਦਾ ਅਹੁਦਾ ਦੇ ਰਹੇ ਹੋ ਉਹਨੂੰ। ਉਹ ਉਸ ਵਿਅਕਤੀ ਨੇ ਤੁਹਾਡੀ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਹੈ, ਪਰ ਕੀ ਉਹ ਵਿਅਕਤੀ ਹੈ ਜਿਹੜਾ ਵਿਚਾਰਧਾਰਕ ਤੌਰ ਤੇ ਕਿੰਨਾ ਕੁ ਪ੍ਰਪੱਕ ਹੈ ਤੁਹਾਡੀ ਪਾਰਟੀ ਦੇ ਪ੍ਰਤੀ, ਉਹ ਦੇਖਣ ਵਾਲੀ ਗੱਲ ਹੈ। ਉਹਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਕਿ ਕਿਸੇ ਆਪਾਂ ਮੁਲਾਜ਼ਮ ਭਰਤੀ ਕਰਦੇ ਹਾਂ, ਉਹ ਵੀ ਇੱਕ ਪ੍ਰੋਬੇਸ਼ਨਰੀ ਪੀਰੀਅਡ ਹੁੰਦਾ ਹੈ, ਉਹਦੇ 'ਚ ਉਹ ਪਰਖ ਕੀਤੀ ਜਾਂਦੀ ਹੈ ਕਿ ਉਸ ਪੀਰੀਅਡ ਦੇ ਦੌਰਾਨ ਉਹ ਆਪਣੇ ਅਹੁਦੇ ਦੇ ਪ੍ਰਤੀ ਕਿੰਨੀ ਕੁ ਜ਼ਿੰਮੇਵਾਰੀ ਦੇ ਨਾਲ ਉਹਨੇ ਆਪਣਾ ਕੰਮ ਕੀਤਾ ਹੈ। ਸੋ ਅਸੀਂ ਕਹਿੰਦੇ ਕਿ ਨਵੇਂ ਬੰਦਿਆਂ ਨੂੰ ਲੈ ਕੇ ਆਓ ਜ਼ਰੂਰ, ਪਰ ਜਿਹੜੇ ਬੰਦੇ ਪਹਿਲੇ ਕੰਮ ਕਰ ਰਹੇ ਨੇ, ਜਿਹੜੇ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਪਿੱਛੇ ਲੱਗਣਾ ਚਾਹੀਦਾ। ਪਿਛਲੀ ਕਤਾਰ ਤੋਂ ਉਹ ਮੂਹਰੇ ਆਣ ਆਪਣੀ ਕਾਰਗੁਜ਼ਾਰੀ ਦਿਖਾ ਕੇ, ਨਾ ਕਿ ਇਹ ਕਿ ਤੁਸੀਂ ਹਲੇ ਉਹਨੂੰ ਇੱਕ ਮੈਂਬਰਸ਼ਿਪ ਦੀ ਸਲਿੱਪ ਵੀ ਨਹੀਂ ਦੇ ਰਹੇ ਤੇ ਤੁਸੀਂ ਆ ਕੇ ਹੀ ਇੱਕ ਸਭ ਤੋਂ ਅਹਿਮ ਵਿੰਗ ਹੈ ਜਿਹੜਾ 50% ਔਰਤਾਂ ਨੂੰ ਪਾਰਟੀ ਦੀਆਂ ਨੂੰ ਰਿਪਰੈਜ਼ੈਂਟ ਕਰ ਰਿਹਾ, ਤਾਂ ਤੁਹਾਨੂੰ ਉਹਦੀ ਵਿਚਾਰਧਾਰਾ ਵੀ ਨਹੀਂ ਪਤਾ, ਕਿਉਂਕਿ ਇੱਕ ਵੱਖਰੀ ਵਿਚਾਰਧਾਰਾ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਤੋਂ ਬਿਲਕੁਲ ਉਲਟ ਦਿਸ਼ਾ ਤੇ ਵਿੱਚ ਖੜੀ ਹੋਵੇ, ਕਾਮਰੇਡੀ ਵਿਚਾਰਧਾਰਾ ਆਪਾਂ ਕਹਿ ਸਕਦੇ ਹਾਂ। ਉੱਥੋਂ ਕੋਈ ਵਿਅਕਤੀ ਆ ਕੇ ਤੁਹਾਡੀ ਪਾਰਟੀ ਦੇ ਵਿੱਚ ਘੁਸਪੈਠ ਕਰੇ ਤੇ ਤੁਹਾਨੂੰ ਆਪਣੀ ਪਾਰਟੀ ਦੇ ਆਉਣ ਵਾਲੇ ਸਮੇਂ ਦੇ ਬਾਰੇ ਵੀ ਤੁਹਾਨੂੰ ਜ਼ਰੂਰ ਵਿਚਾਰਨਾ ਚਾਹੀਦਾ ਹੈ ਕਿ ਕਿਤੇ ਇਹ ਘਾਤਕਤਾ ਸਾਬਤ ਨਹੀਂ ਹੋਊਗੀ। ਸਵਾਲ ਤਾਂ ਇਹੀ ਹੈ, ਜੇ ਤੁਹਾਨੂੰ ਇਹ ਸਾਰੀਆਂ ਗੱਲਾਂ ਸਮਝ ਆ ਰਹੀਆਂ, ਤੁਹਾਡੀ ਸਮਝ ਕੰਮ ਕਰ ਰਹੀ ਹੈ, ਫਿਰ ਤੁਹਾਡੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਮਝ ਕਿਉਂ ਨਹੀਂ ਆਉਂਦੀ? ਦੇਖੋ ਇਹ ਜਵਾਬ ਤਾਂ ਉਹੀ ਦੇ ਦੇਣਗੇ। ਸਾਡੀ ਜਿੰਨੀ ਕਿ ਸਮਝ ਸੀ, ਅਸੀਂ ਆਪਣੀ ਸਮਝ ਦੇ ਮੁਤਾਬਕ ਪ੍ਰਧਾਨ ਸਾਹਿਬ ਨੂੰ ਵੀ ਤੇ ਜਿਹੜੀ ਬਾਕੀ ਲੀਡਰਸ਼ਿਪ ਸੀ ਉਹਨਾਂ ਦੇ ਨਾਲ ਗੱਲ ਕੀਤੀ ਆ। ਹੁਣ ਉਹਨਾਂ ਦੀ ਕੀ ਮਜਬੂਰੀ ਸੀ, ਹੋ ਸਕਦਾ ਕੋਈ ਵੱਡੀ ਮਜਬੂਰੀ ਹੋਵੇ, ਇਹ ਤਾਂ ਉਹੀ ਦੱਸ ਸਕਦੇ ਨੇ, ਕਿਉਂਕਿ ਮੇਰੇ ਖਿਆਲ 'ਚ ਸਾਡੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ। ਗੱਲ ਖੜੀ ਕਿੱਥੇ ਆ? ਅਖੀਰਲੇ ਪੜਾਅ 'ਚ ਮੀਟਿੰਗ ਹੋਈ, ਕੋਈ ਮੁਲਾਕਾਤ ਹੋਈ, ਕੀ ਵਿਚਾਰ ਵਟਾਂਦਰਾ ਹੋਇਆ, ਫੈਸਲਾ ਕੀ ਲਿਆ ਜਾਣਾ? ਪਿਛਲੇ ਸਮੇਂ ਦੌਰਾਨ ਪ੍ਰਧਾਨ ਸਾਹਿਬ ਨੇ ਸਾਨੂੰ ਬੁਲਾਇਆ ਸੀ, ਸੀਨੀਅਰ ਲੀਡਰਸ਼ਿਪ ਵੀ ਸਾਡੇ ਨਾਲ ਬੈਠੀ ਸੀ, ਅਸੀਂ ਆਪਣੀ ਗੱਲ ਰੱਖੀ ਆ। ਅਸੀਂ ਜਿੰਨੀਆਂ ਵੀ ਬੀਬੀਆਂ ਸੀਨੀਅਰ ਲੀਡਰਸ਼ਿਪ 'ਚ ਹੈਗੀਆਂ ਨੇ, ਅਸੀਂ ਆਪਣੀ ਗੱਲ ਰੱਖੀ, ਆਪਣੇ ਤਰੀਕੇ ਦੇ ਨਾਲ ਰੱਖੀ ਹੈ ਤੇ ਅਸੀਂ ਆਪਣਾ ਜਿਹੜੇ ਗਿਲੇ ਨੇ, ਕਿਉਂਕਿ ਗਿਲੇ ਅਸੀਂ ਆਪਣੇ ਪ੍ਰਧਾਨ ਦੇ ਨਾਲ ਹੀ ਕਰਨੇ ਨੇ ਨਾ, ਸਾਡਾ ਉਹ ਮੁਖੀ ਹੈ, ਸਾਡੇ ਪਰਿਵਾਰ ਦਾ ਮੁਖੀ ਹੈ। ਹੁਣ ਜੇਕਰ ਅਸੀਂ ਕਹੀਏ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਜਾਖੜ ਸਾਹਿਬ ਨਾਲ ਜਾ ਕੇ ਗੱਲ ਕਰਾਂਗੇ, ਅਸੀਂ ਰਾਜਾ ਵੜਿੰਗ ਨਾਲ ਗੱਲ ਕਰਾਂਗੇ, ਉਹ ਤਾਂ ਗੱਲ ਬਣਦੀ ਨਹੀਂ ਨਾ। ਸਾਡੇ ਗੁੱਸੇ ਗਿਲੇ ਸਾਡੇ ਪ੍ਰਧਾਨ ਨਾਲ ਸੀ, ਅਸੀਂ ਉਹਨਾਂ ਨੂੰ ਦੱਸੇ ਨੇ। ਹੁਣ ਉਹ ਸਾਡੇ ਗੁੱਸੇ ਗਿਲਿਆਂ ਨੂੰ ਕਿਸ ਤਰੀਕੇ ਨਾਲ ਉਹ ਲੈਂਦੇ ਨੇ ਆ ਉਹਦਾ ਹੱਲ ਕਰਦੇ ਨੇ, ਇਹ ਤਾਂ ਅਸੀਂ ਉਹਨਾਂ ਤੇ ਹੀ ਛੱਡਿਆ ਹੋਇਆ। ਅਸੀਂ ਆਪਣੀ ਗੱਲ ਉਡੀਕ ਕਰਨੀ ਹੈ, ਕਿੰਨਾ ਕੁ ਸਬਰ? ਨਹੀਂ, ਸਬਰ ਦੀ ਗੱਲ ਨਹੀਂ, ਅਸੀਂ ਉੱਥੇ ਵੀ ਕਹਿ ਕੇ ਆਏ ਹਾਂ, ਅਸੀਂ ਆਪਣੀ ਪਾਰਟੀ ਤੋਂ ਬਾਹਰ ਨਹੀਂ ਹੈਗੇ, ਅਸੀਂ ਕੋਈ ਅਹੁਦਿਆਂ ਪਿੱਛੇ ਨਹੀਂ। ਮੈਂ ਖੁਦ ਇਹਦੀ ਕੋਈ ਮੈਂ ਅਹੁਦੇਦਾਰੀ ਵਾਸਤੇ ਦਾਅਵੇਦਾਰ ਨਹੀਂ ਸੀ, ਸਾਡੀਆਂ ਹੋਰ ਬੀਬੀਆਂ ਵੀ ਨਹੀਂ ਸੀ। ਇਹ ਤਾਂ ਇੱਕ ਪਾਰਟੀ ਦੇ ਅੰਦਰੂਨੀ ਜਮਹੂਰੀਅਤ ਦੀ ਗੱਲ ਸੀ ਕਿ ਆਪਾਂ ਉਹਨੂੰ ਬਚਾਈਏ, ਕਿਉਂਕਿ ਜੇਕਰ ਅੱਜ ਅਸੀਂ ਇਸ ਮੁੱਦੇ ਤੇ ਨਹੀਂ ਬੋਲੇ ਤਾਂ ਹੋ ਸਕਦਾ ਕੱਲ ਨੂੰ ਵੀ ਜਮਹੂਰੀਅਤ ਦੇ ਖਿਲਾਫ ਕੁਝ ਹੋਰ ਜਿਹੜੇ ਫੈਸਲੇ ਹੋਣ, ਜਿਹੜੇ ਕਿ ਸੋਚ ਕੇ ਪ੍ਰਧਾਨ ਸਾਹਿਬ ਨੂੰ ਜਾਂ ਸਾਡੀ ਲੀਡਰਸ਼ਿਪ ਨੂੰ ਕਰਨੇ ਚਾਹੀਦੇ
ਚਾਹੀਦੇ ਨੇ। ਤੇ ਅਸੀਂ ਪਾਰਟੀ ਦੇ ਵਿੱਚ ਹੈਗੇ ਆ, ਮੇਰੇ ਖਿਆਲ 'ਚ ਹੋਰ ਪਾਸੇ ਜੇ ਜਾਣਾ ਹੁੰਦਾ ਤਾਂ ਸਾਡੇ ਕੋਲੇ ਪਹਿਲੇ ਦੀ ਨੇ ਆਪਸ਼ਨ ਸੀ। ਅਸੀਂ ਪਾਰਟੀ ਦੇ ਵਿੱਚ ਰਹਿ ਕੇ ਇੱਕ ਵਰਕਰ ਦੇ ਤੌਰ ਤੇ ਕੰਮ ਕਰਾਂਗੇ, ਪਾਰਟੀ ਨੂੰ ਮਜ਼ਬੂਤ ਕਰਨ ਵਾਲੇ ਕੰਮ ਕਰਾਂਗੇ ਤੇ ਇਸ ਤਰ੍ਹਾਂ ਦੇ ਜੇਕਰ ਕੋਈ ਗਲਤ ਫੈਸਲੇ ਹੋਣਗੇ ਤਾਂ ਉਹਨਾਂ ਦੇ ਖਿਲਾਫ ਅਸੀਂ ਮੁੜ ਕੇ ਆਵਾਜ਼ ਸਵਾਲ ਜਦੋਂ ਇਹ ਗੱਲਾਂ ਸਾਹਮਣੇ ਆਈਆਂ, ਕਹਿੰਦੇ ਬੀਬੀਆਂ ਨੇ ਘੱਟੋ ਘੱਟ ਜੁਰਤ ਦਿਖਾਈ ਹੈ, ਉਹਨਾਂ ਨੇ ਆਪਣੇ ਅਧਿਕਾਰਾਂ ਲਈ ਲੜਨ ਦੀ ਗੱਲ ਤਾਂ ਰੱਖੀ ਹੈ। ਬਹੁਤ ਸਾਰੇ ਅਜਿਹੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਜਿਹੜੇ ਪ੍ਰਧਾਨ ਸਾਹਿਬ ਦੇ ਆਲੇ ਦੁਆਲੇ ਰਹਿੰਦੇ ਨੇ, ਸਲਾਹਾਂ ਦਿੰਦੇ ਨੇ, ਉਹ ਵੀ ਕਦੇ ਇਸ ਤਰ੍ਹਾਂ ਦੀ ਜੁਰਤ ਨਹੀਂ ਦਿਖਾ ਸਕਦੇ। ਪਤਾ ਨਹੀਂ ਕੀ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ। ਪਤਾ ਨਹੀਂ, ਅਸੀਂ ਤਾਂ ਦੇਖੋ ਅਸੀਂ ਜੁਰਤ ਦਿਖਾਉਣ ਵਾਲੀ ਗੱਲ ਨਹੀਂ ਹੈ ਸਾਡੇ, ਕਿਉਂਕਿ ਸਾਡਾ ਪਰਿਵਾਰ ਹੈ ਤੇ ਸਾਡਾ ਘਰ ਹੈ ਸ਼੍ਰੋਮਣੀ ਅਕਾਲੀ ਦਲ। ਅਸੀਂ ਆਪਣੇ ਹੱਕ ਦੀ ਗੱਲ ਕਰੀਏ। ਅਸੀਂ ਜੇ ਸਾਡੀ ਆਦਤ ਹੈ ਵੀ ਜੇਕਰ ਪਰਿਵਾਰ 'ਚ ਵੀ ਸਾਨੂੰ ਲੱਗਦਾ ਕੁਝ ਗਲਤ ਹੋ ਰਿਹਾ, ਸਾਡੇ ਵੱਡੇ ਗਲਤ ਕਰ ਰਹੇ ਨੇ, ਅਸੀਂ ਸ਼ੁਰੂ ਤੋਂ ਅਸੀਂ ਉਸ ਚੀਜ਼ ਦੇ ਖਿਲਾਫ ਵੀ ਅਸੀਂ ਖੜਦੇ ਰਹੇ ਹਾਂ ਤੇ ਇਹ ਸਾਨੂੰ ਲੱਗਿਆ ਵੀ ਸਾਡੇ ਅਧਿਕਾਰਾਂ ਤੇ ਡਾਕਾ ਮਾਰਿਆ ਗਿਆ, ਅਸੀਂ ਖੜੇ ਹਾਂ। ਤੇ ਬਾਕੀ ਲੀਡਰਸ਼ਿਪ, ਉਹਨਾਂ ਦੀ ਜੁਰਤ ਜਾਂ ਉਹਨਾਂ ਦਾ ਦਿਮਾਗ ਜਾਂ ਉਹਨਾਂ ਦੀ ਜ਼ਮੀਰ, ਉਹ ਕੀ ਕਹਿੰਦੇ ਨੇ ਉਹਦਾ ਜਵਾਬ ਤਾਂ ਉਹੀ ਦੇ ਸਕਦੇ ਨੇ। ਹਾਂ, ਸਾਡੀ ਜ਼ਮੀਰ ਨੇ ਜੋ ਗੱਲ ਕੀਤੀ ਹੈ, ਸਾਨੂੰ ਜੋ ਅੰਦਰੋਂ ਸਾਡੇ ਕੋਈ ਗੱਲ ਉਹ ਹੋਈ, ਅਸੀਂ ਉਹਦੇ ਮੁਤਾਬਕ ਆਪਣੀ ਗੱਲ ਰੱਖੀ। ਜੀ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਇਹ ਸਨ ਸਾਡੇ ਨਾਲ ਪਰਮਜੀਤ ਕੌਰ ਲਾਂਡਰਾ ਜੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ, ਐਸਜੀਪੀਸੀ ਮੈਂਬਰ ਨੇ। ਉਹਨਾਂ ਨੇ ਸਾਰੀ ਗੱਲਬਾਤ, ਆਪਣੇ ਵਿਚਾਰ ਸਾਂਝੇ ਕੀਤੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਅਧਿਕਾਰਾਂ ਦੀ ਖਾਤਰ ਉਹ ਕਿਵੇਂ ਲੜ ਰਹੇ ਨੇ ਔਰ ਸੱਤਾ ਧਿਰ ਦੇ ਖਿਲਾਫ ਉਹਨਾਂ ਦੀ ਲੜਾਈ ਕਿਸ ਤਰ੍ਹਾਂ ਦੀ ਚੱਲ ਰਹੀ ਹੈ। ਤੁਸੀਂ ਕੀ ਸੋਚਦੇ ਹੋ? ਆਪਣੀ ਰਾਏ ਵੀ ਸਾਂਝੀ ਕਰ ਸਕਦੇ ਹੋ। ਇਸ ਮੁਲਾਕਾਤ 'ਚ ਇੰਨਾ ਹੀ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂਕਾ, ABC ਪੰਜਾਬ, ਚੰਡੀਗੜ੍ਹ।